ਇੱਕ ਦਿਨ ਪਾਂਧਾ ਉਡੀਕਦਾ ਰਿਹਾ ਕਿ ਨਾਨਕ ਅੱਜ ਪੱਟੀ ਲੈ ਕੇ ਆਵੇਗਾ ਤੇ ਨਵੇਂ ਕੋਠੇ ਪਾ ਕੇ ਦਿਆਂਗਾ, ਪਰ ਨਾਨਕ ਛੁੱਟੀ ਵੇਲੇ ਤੱਕ ਕੋਈ ਨਾ ਆਇਆ। ਤਦ ਪਾਂਧੇ ਨੇ ਆਵਾਜ਼ ਦਿੱਤੀ, ਨਾਨਕ ਤੂੰ ਅੱਜ ਪੱਟੀ ਨਹੀਂ ਦਿਖਾਈ। ਇੱਕ ਗੰਭੀਰ ਸਮੁੰਦਰ ਦੀ ਪਰਬਤ ਜੇਡੀ ਛੱਲ ਵਾਂਗੂ ਇੱਕ ਖਾਸ ਰੰਗ ਨਾਲ ਅਨੋਖਾ ਵਿਦਿਆਰਥੀ ਉੱਠਿਆ, ਮਸਤ ਚਾਲ ਟੁਰਿਆ। ਨੈਣਾਂ ਵਿੱਚ ਰਸੀਲੇ ਮੋਤੀ ਭਰੇ ਸਨ, ਜੋ ਭਰੇ ਸਨ ਪਰ ਡੁੱਲਦੇ ਨਹੀਂ ਸਨ। ਕਿਸੇ ਅਜੀਬ ਮਿੱਠੇ ਆਲਸ ਵਿੱਚ ਸਰੀਰ ਸੀ। ਆ ਪਾਂਧੇ ਦੇ ਹੱਥ ਇੱਕ ਪੱਟੀ ਦਿੱਤੀ, 2 ਪੱਟੀਆਂ ਆਪਣੇ ਹੱਥ ਵਿੱਚ ਰੱਖੀਆਂ। ਪਾਂਧਾ ਪੱਟੀ ਲੈ ਕੇ ਕੀ ਵੇਖਦਾ ਹੈ ਕਿ ਦਰਾਂ ਕੋਠੇ ਵਿਆਜ ਦੇ ਅੰਗ ਨਹੀਂ, ਇਹ ਤਾਂ ਕੋਈ ਇਬਾਰਤ ਲਿਖੀ ਹੈ। ਦੇਖੇ ਭਾਈ, ਹਰ ਅੱਖਰ ਦੇ ਨਾਲ ਨਾਲ ਇਬਾਰਤ ਹੈ, ਪਰ ਇਸ ਵਿੱਚ ਲਿਖਿਆ ਕੀ ਹੈ? ਜੋ ਨਾਨਕ ਪੜ੍ਹਿਆ ਸੀ ਨਹੀਂ, ਉਹ ਤਾਂ ਕੁਝ ਹੋਰ ਹੈ। ਪਾਂਧਾ ਪੜ੍ਹਨ ਲੱਗਾ। ਇੱਕ ਇੱਕ ਅੱਖਰ ਦੇ ਅੱਗੇ ਪਰਮਾਰਥੀ ਅੱਖਰਾਂ ਦੀ ਬਾਣੀ ਲਿਖੀ ਹੋਈ ਸੀ। ਸਾਰੇ ਅੱਖਰਾਂ ਦੇ ਪਰਮਾਰਥੀ ਅਰਥਾਂ ਵਾਲੀ ਬਾਣੀ ਪੜ੍ਹ ਕੇ ਪੰਡਤ ਹੱਕਾ ਬੱਕਾ ਰਹਿ ਗਿਆ। ਕਦੇ ਬਾਲਕੇ ਦੇ ਰੱਬੀ ਮੱਥੇ ਵੱਲ ਤੱਕੇ, ਕਦੇ ਪੱਟੀ ਨੂੰ ਮੁੜ ਮੁੜ ਪੜ੍ਹੇ। ਹਰ ਦਿਆਲ ਦੇ ਵਾਕ ਚੇਤੇ ਆਏ। ਆਖੇ, ਇਹ ਉਮਰ, ਇਹ ਬਾਣੀ, ਇਹ ਵਿਰਾਗ, ਇਹ ਉਪਦੇਸ਼। ਅੱਜ ਪਾਂਧਾ ਆਪਣੇ ਆਪ ਨੂੰ ਆਖੇ, ਇਹ ਹੋਸ਼ ਇਸ ਨੂੰ ਇਸ ਬੈਸ ਵਿੱਚ ਅੰਦਰ ਹੈ। ਤਾਈਓ ਅੰਨ ਬਸਤਰ ਜੋ ਘਰੋਂ ਮਿਲੇ ਬਾਹਰ ਜਾ ਸਾਧਾ ਸੰਤਾਂ ਨੂੰ ਦੇ ਦਿੰਦਾ ਹੈ। ਉਹਨਾਂ ਨਾਲ ਗੱਲਾਂ ਬਾਤਾਂ ਕਰ ਖੁਸ਼ੀ ਹੁੰਦਾ ਹੈ। ਇਹ ਅਵਤਾਰ ਹੋਊ ਜ਼ਰੂਰ। ਫਿਰ ਪਾਂਧੇ ਨੂੰ ਸੰਸਾ ਫੁਰਿਆ ਕਿ ਗੱਲਬਾਤ ਕਰਕੇ ਵੇਖੀਏ, ਇਹੋ ਜਿਹੀ ਗੱਲ ਵੀ ਕਰਦਾ ਹੈ ਜਿਹੋ ਜਿਹੀ ਪੱਟੀ ਤੇ ਲਿਖੀ ਹੈ। ਤਾਂ ਉਹਨਾਂ ਕਿਹਾ, ਹੇ ਨਾਨਕ, ਤੂੰ ਉਹ ਵਿਦਿਆ ਜੋ ਤੇਰਾ ਪਿਤਾ ਚਾਹੁੰਦਾ ਹੈ ਕਿਉਂ ਨਹੀਂ ਪੜ੍ਹਦਾ? ਲੇਖਾ ਪੜ੍ਹ ਕੇ ਜਗਤ ਵਿੱਚ ਆਪਣੇ ਕੰਮਕਾਜ ਵਿੱਚ ਚਤੁਰ, ਵਿਹਾਰ ਵਿੱਚ ਸਿਆਣਾ ਹੋ, ਸੁਖ ਪਾਵੇਂਗਾ। ਤਦ ਸ੍ਰੀ ਗੁਰੂ ਜੀ ਨੇ ਇੱਕ ਤਰਸ ਭਰੀ ਨਜ਼ਰ ਪਾਂਧੇ ਤੇ ਪਾਈ ਤੇ ਇੱਕ ਮਿੱਠੀ ਮਿੱਠੀ ਸੁਰ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ। ਇਹ ਸੁਣ ਕੇ ਪੰਡਤ ਨੂੰ ਸੱਟੀ ਪੱਟੀ ਸਾਰੀ ਭੁੱਲ ਗਈ। ਮੋਹ ਦਾ ਜਾਲ ਇੱਕ ਵੇਰ ਤਾਂ ਜਲ ਕੇ ਢਹਿ ਪਿਆ। ਦੁਨੀਆ ਦੇ ਬੰਧਨ, ਕਲੇਸ਼, ਉੱਚ ਜੀਵਨ, ਬੰਦਗੀ ਤੇ ਅੱਗੋਂ ਦੇ ਸੁੱਖਾਂ ਦਾ ਨਕਸ਼ਾ ਦਿਲ ਤੇ ਫਿਰ ਗਿਆ। ਹਰ ਦਿਆਲ ਦੇ ਅਨੁਮਾਨ ਸੱਚੇ ਦਿਸ ਪਏ। ਚਰਨਾਂ ਤੇ ਸੀਸ ਨਵਾਇਆ ਤੇ ਆਖਿਆ, हे ਸਨਾਤਨ ਤੂੰ ਸਨਾਤਨ ਪੁਰਖ, ਤੂੰ ਪੂਰਨ ਪੁਰਖ ਹੈ। ਜੋ ਤੇਰੇ ਆਤਮੇ ਆਵੇ ਸੋ ਕਰ, ਮੇਰੀ ਵੀ ਕਲਿਆਣ ਚਿੱਤ ਰੱਖੇ, ਤੇਰੀ ਮੇਰਾ ਮਤ ਹੋਵੇ। ਹੁਣ ਕੁਝ ਦਿਨ ਸ੍ਰੀ ਗੁਰੂ ਜੀ ਪੜ੍ਹਨੇ ਨਹੀਂ ਗਏ। ਸਦਾ ਘਰ ਹੀ ਬੈਠੇ ਰਹਿਣਾ ਜਾਂ ਵਨ ਵਿੱਚ ਜਾ ਸੰਤਾਂ ਸਾਧੂਆਂ ਨਾਲ ਗੱਲੀ ਬਾਤੀ ਲੱਗ ਜਾਣਾ। ਇੱਕ ਦਿਨ ਮਹਿਤਾ ਕਾਲੂ ਜੀ ਨੇ ਫੇਰ ਹਰਦਿਆਲ ਪਾਸ ਗਿਲਾ ਕੀਤਾ ਕਿ ਪ੍ਰੋਹਿਤ ਜੀ, ਭਲੀ ਪੱਤਰੀ ਲਿਖੀ ਹੈ। ਤੁਸਾਂ ਚੰਗੇ ਨਛੱਤਰ ਵਿਚਾਰੇ, ਪੁੱਤਰ ਆਲਸੀ ਹੋ ਘਰ ਪਿਆ ਰਹਿੰਦਾ ਹੈ ਜਾਂ ਦਰਿਦਰੀਆਂ ਨਾਲ ਜਾਂ ਵਨ ਵਿੱਚ ਗੋਸ਼ੇ ਕਰਦਾ ਹੈ। ਚੰਗਾ ਐਸ਼ਵਰਜ ਵਾਲਾ ਆਇਆ ਹੈ, ਲੇਖਾ ਪੱਤਾ ਪੜ੍ਹ ਸੁਣ ਕੇ ਗਾਲ ਸੁੱਟਿਆ ਸੂ। ਘਰ-ਬਾਰ ਕੀਕਣ ਸੰਭਾਲੇਗਾ। ਤਾਂ ਹਰਦਿਆਲ ਨੇ ਮੱਤ ਦਿੱਤੀ, ਮਹਿਤਾ ਜੀ, ਪੁੱਤਰ ਬੜੀ ਨਿਆਮਤ ਹਨ ਤੇ ਇਹ ਪੁੱਤਰ ਤਾਂ ਧੁਰੋਂ ਆਇਆ ਸਹੀ ਹੁੰਦਾ ਹੈ। ਜਗਤ ਦੀ ਕਲਿਆਣ ਵਾਸਤੇ ਆਇਆ ਹੈ, ਉਦਾਸ ਨਾ ਹੋ। ਜੇ ਲੇਖਾ ਪੱਤਾ ਵਹੀ ਖਾਤਾ, ਜਗਤ ਵਿਹਾਰ ਦੀ ਵਿਦਿਆ ਛੱਡੀ ਹੈ, ਤਾਂ ਚਿੱਤ ਕਿਉਂ ਉਦਰਾਉਂਦਾ ਹੈ? ਇਸ ਨੂੰ ਸਿਆਣੇ ਪੰਡਿਤ ਪਾਸ ਬਹਾਲ, ਜੋ ਉੱਚੀ ਦਰਸ਼ਨ ਵਿਦਿਆ ਪਾਵੇ, ਸ਼ਾਸਤਰਾਂ ਦਾ ਗਿਆਨ ਹੋਵੇ। ਕੀ ਜਾਣੀਏ ਜੋ ਸ਼ੰਕਰ ਫੇਰ ਆਇਆ ਹੋਵੇ, ਜੋ ਦਿਗਵਿਜੇ ਕਰਕੇ ਯਵਨਾ ਤੋਂ ਧਰਤੀ ਸਾਫ਼ ਕਰਨ ਵਾਲਾ ਭਗਵਾਨ ਹੋਵੇ। ਨੀਵੀਂ ਵਿਦਿਆ ਨਹੀਂ ਪਾਉਂਦਾ ਤਾਂ ਉੱਚੀ ਵਿਦਿਆ ਦੇ ਕੇ ਵੇਖੋ। ਤਾਂ ਮਹਿਤਾ ਕਾਲੂ 2-4 ਦਿਨ ਪੁੱਤਰ ਨੂੰ ਕਦੇ ਗੁੱਸੇ ਹੁੰਦਾ, ਕਦੇ ਸਮਝਾਉਂਦਾ। ਇੱਕ ਦਿਨ ਬ੍ਰਿਜਨਾਥ ਪੰਡਤ ਦੇ ਲੈ ਗਿਆ। ਉਹ ਅੱਗੇ ਹੀ ਤਾਂਘਦਾ ਸੀ ਕਿ ਕਿਤੇ ਨਾਨਕ ਬਾਲਕਾ ਆਵੇ ਤਾਂ ਨੇੜੇ ਹੋ ਕੇ ਘੋਖਾਂ, ਜੋ ਹਰਦਿਆਲ ਦੇ ਅਨੁਮਾਨ ਕਹਿਓ ਕੁ ਜਿਹੇ ਹਨ। ਸੋ ਮੌਕਾ ਆ ਗਿਆ। ਪੰਡਤ ਨੇ ਹੁਣ ਸੰਸਕ੍ਰਿਤ ਦੇ ਅੱਖਰ ਪਾ ਦਿੱਤੇ। ਉਹਨਾਂ ਦਾ ਉੱਠਣਾ ਬੈਠਣਾ, ਬੋਲ, ਚੁੱਪ, ਤੱਕਣ ਲੱਗਾ, ਮੱਥੇ ਦਾ ਪ੍ਰਭਾਵ, ਅੰਦਰ ਆਏ ਤਾਂ ਸੁੱਖ ਦੀ ਪ੍ਰਤੀਤੀ ਉਹ ਵੇਖ ਕੇ ਅਚਰਜ ਹੋਵੇ। ਕਦੇ ਪਰਛਾਵੇਂ ਤੱਕੇ, ਕਦੇ ਸਿਰ ਦੁਆਲੇ ਚਾਨਣ ਲਈ ਨੈਣ ਜਮਾਵੇ, ਸੰਥਿਆ ਦੇਵੇ ਪਰ ਹੈਰਾਨ ਹੋਵੇ ਕਿ ਜੋ ਪੜ੍ਹਾਵੇ ਉਹ ਬਿਨ ਦੇਰ ਉਹਨਾਂ ਨੂੰ ਆ ਜਾਵੇ। ਇੱਕ ਦਿਨ ਗੁਰੂ ਜੀ ਇੱਕ ਕਾਗਤ ਲਈ ਬਾਲਕਾਂ ਵਿੱਚ ਖੜੇ ਸਨ। ਮਹਿਤੇ ਆ ਪੁੱਛਿਆ, ਬੇਟਾ ਜੀਓ, ਇਹ ਕੀ ਲਈ ਫਿਰਦੇ ਹੋ? ਆਪ ਨੇ ਦੱਸਿਆ, ਸਪਤ ਸ਼ਲੋਕੀ ਗੀਤਾ ਹੈ। ਮਹਿਤਾ ਨੇ ਪੁੱਛਿਆ, ਵਾਚ ਲੈਂਦੇ ਹੋ ਤੇ ਅਰਥ ਵੀ ਕਰ ਲੈਂਦੇ ਹੋ? ਆਖਣ ਲੱਗੇ, ਹਾਂ। ਅਚਰਜ ਹੋ ਕੇ ਮਹਿਤਾ ਜੀ ਬਾਲਕ ਨੂੰ ਨਾਲ ਲੈ ਕੇ ਪੰਡਤ ਦੇ ਚਲੇ ਗਏ। ਆਖਣ ਲੱਗੇ, ਲਾਲ ਇਹ ਪੱਤਰਾਂ ਲਈ ਫਿਰਦਾ ਸੀ, ਆਖਦਾ ਹੈ ਇਹ ਸਪਤ ਸ਼ਲੋਕੀ ਗੀਤਾ ਹੈ ਤੇ ਅਰਥ ਵੀ ਕਰਨੇ ਜਾਣਦਾ ਹਾਂ। ਤੁਸੀਂ ਸੁਣੋ ਤੇ ਦੱਸੋ ਕਿ ਐਡੀ ਛੇਤੀ ਇਹ ਇੰਨੀ ਵਿਦਿਆ ਕਿੱਥੋਂ ਪਾ ਗਿਆ?
ਤੁਸਾਂ ਕਿਰਪਾ ਕੀਤੀ ਕਿ ਇਸ ਦੀ ਮੱਤ ਉੱਜਲ ਹੈ। ਤਾਂ ਅਚਰਜ ਹੋ ਕੇ ਪੰਡਤ ਸੁਣਨ ਲੱਗਾ। ਜਗਤ ਦੇ ਉਸਤਾਦ ਸ਼ਿਸ਼ ਨੇ ਇੱਕ ਗੰਭੀਰ ਰੰਗ ਵਿੱਚ ਖਿੜੇ ਨੈਣ ਅੱਧ ਖੁੱਲੇ ਤੇ ਮਸਤ ਕਰਕੇ ਪੱਤਰਾ ਪੜ੍ਹ ਦਿੱਤਾ ਤੇ ਅਰਥ ਕਰ ਦਿੱਤੇ। ਪੰਡਤ ਟੱਕ ਬੰਨੀ ਚਿਹਰੇ ਵੱਲ ਦੇਖ ਰਿਹਾ ਸੀ। ਨੂਰ ਦੀ ਪ੍ਰਭਾ ਸੀਸ ਉਦਾਲੇ ਮੰਡਰਾ ਰਹੀ ਸੀ। ਮਿਦਰੁਲਤਾ ਬਚਨਾਂ ਵਿੱਚ ਵਸ ਰਹੀ ਸੀ। ਕੰਨਾਂ ਤੇ ਅੱਖਾਂ ਨਾਲ ਪੰਡਤ ਪੀ ਰਿਹਾ ਸੀ। ਅਚਰਜ ਸੀ, ਵਿਸਮਾਦ ਸੀ। ਪਾਠ ਅਰਥ ਮੁੱਕ ਗਿਆ ਤੇ ਫਿਰ ਮਿੱਠੇ ਮਿੱਠੇ ਲਬਾਂ ਚੋਂ ਆਵਾਜ਼ ਆਈ, ਪਰ ਪੰਡਤ ਜੀ ਕਲਿਆਣ ਕੀਰਤਨ ਵਿੱਚ ਹੈ। ਪੰਡਤ ਦੇ ਅਚਰਜ ਵਿੱਚ ਪਥਰਾਏ ਨੈਣ ਤੱਕਦੇ ਰਹਿ ਗਏ, ਮਾਨੋ ਬੁੱਤ ਹੋ ਗਿਆ। ਦੇਰ ਬਾਅਦ ਇੱਕ ਸੁਖਦਾਈ ਲੰਮਾ ਸਾਹ ਆਇਆ। ਨੈਣ ਝਮਕੇ ਤੇ ਮਿਟੇ, ਹੱਥ ਜੁੜੇ ਤੇ ਚਰਨਾਂ ਤੇ ਟਹਿ ਪਿਆ। ਹੇ ਆਦ ਤੂੰ ਅਨਾਦ, ਤੂੰ ਰਕਸ਼ ਦਾਸ ਨੂੰ। ਪਰ ਰੱਬੀ ਬਾਲਕਾ ਇਸ ਤੋਂ ਪਹਿਲਾਂ ਬਿਜਲੀ ਦੇ ਲਿਸ਼ਕਾਰੇ ਵਾਂਗੂ ਨਿਕਲ ਗਿਆ ਸੀ। ਜਾਂ ਮਹਿਤਾ ਜੀ ਘਰ ਆਏ ਤਾਂ ਆਪ ਅੱਗੇ ਬਾਲਕਾਂ ਨਾਲ ਖੇਲ ਰਹੇ ਸਨ, ਨੱਸ ਰਹੇ ਸਨ, ਹੱਸ ਰਹੇ ਸਨ ਤੇ ਰਸ ਰਹੇ ਸਨ। ਰੁੱਖ ਤੇ ਚੜ੍ਹ ਉਤਰ ਰਹੇ ਸਨ, ਛਾਲਾਂ ਮਾਰ ਰਹੇ ਸਨ। ਇੱਕ ਛੂਟ ਕਰਕੇ ਬਾਹਰ ਦੌੜੇ ਤਾਂ ਸਾਰੇ ਬੱਚੇ ਮਗਰ ਦੌੜੇ। ਜਿੱਧਰ ਜਾਂਦੇ ਤੇ ਜੋ ਕਰਦੇ ਸਨ, ਬਾਕੀ ਬਾਲਕੇ ਮਗਰ ਲੱਗਦੇ ਸਨ। ਸ਼ਾਮਾਂ ਹੋ ਗਈਆਂ। ਸ਼੍ਰੀ ਜੀ ਦੌੜ ਕੇ ਘਰ ਆ ਗਏ। ਮਗਰ ਬਾਲਕ ਵਿਹੜੇ ਵਿੱਚ ਆ ਗਏ। ਆਪ ਨੇ ਪੰਗਤ ਲਾ ਦਿੱਤੀ। ਮਾਤਾ ਦਾ ਪੱਕਾ ਤੇ ਪੱਕ ਰਿਹਾ ਅੰਨ ਪਾਣੀ ਸਭ ਖੁੱਲ੍ਹਾ ਦਿੱਤਾ ਤੇ ਰਜਾ ਕੇ ਸਭੋ ਘਰੋਂ ਘਰੀ ਟੋਰ ਦਿੱਤੇ। ਕੁਝ ਦਿਨ ਹੋਰ ਪੰਡਤ ਦੇ ਮੌਜ ਨਾਲ ਜਾਂਦੇ ਰਹੇ। ਉਹਨਾਂ ਦੇ ਕੌਤਕ ਵੇਖ ਕੇ ਤੇ ਬਚਨ ਸੁਣ ਅਤੇ ਪੰਡਤ ਨੂੰ ਸ਼ਰਧਾ ਹੋ ਆਈ ਤੇ ਉਸ ਦੇ ਅੰਦਰ ਉੱਚੇ ਆਤਮ ਜੀਵਨ ਦਾ ਰੁਮਕਾ ਫਿਰ ਗਿਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।